ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਆਪਾਂ ਅੱਜ ਦੇ ਇਸ ਵਲੋਗ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਗੁਰਦੁਆਰਾ ਨਾਨਕਸਰ ਅਤੇ ਗੁਰਦੁਆਰਾ ਰਤਨਗੜ੍ਹ ਸਾਹਿਬ ਦੇ ਦਰਸ਼ਨ ਕਰਾਵਾਂਗੇ। ਗੁਰਦੁਆਰਾ ਨਾਨਕਸਰ ਦਾ ਇੱਕ ਵੱਖਰਾ ਇਤਿਹਾਸ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸਕ ਸਥਾਨ ਹੈ ਅਤੇ ਸਭ ਤੋਂ ਡੂੰਘਾ ਸਰੋਵਰ, ਉਸ ਸਰੋਵਰ ਦੀ ਡੂੰਘਾਈ ਦਾ ਨਹੀਂ ਪਤਾ, ਕਾਫੀ ਗਹਿਰਾ ਸਰੋਵਰ ਹੈ। ਅਤੇ ਗੁਰਦੁਆਰਾ ਰਤਨਗੜ੍ਹ ਸਾਹਿਬ ਦਾ ਵੀ ਇੱਕ ਵੱਖਰਾ ਇਤਿਹਾਸ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਬਾਅਦ ਉੱਥੇ ਦਰਸ਼ਨ ਦਿੱਤੇ। ਸੋ ਆਓ ਆਪਾਂ ਸਾਰੇ ਚੱਲੀਏ ਅਤੇ ਨਾਲੇ ਵੇਖੋ ਕਿ ਚਾਰੇ ਪਾਸੇ ਹਰਿਆਲੀ ਬੜੀ ਹੈ। ਹਰਿਆਲੀ ਵੇਖ ਕੇ ਨਾ ਮਨ ਵੀ ਆਨੰਦ ਵਿੱਚ ਆ ਜਾਂਦਾ। ਸੋ ਜਦੋਂ ਆਪਾਂ ਕੁਦਰਤ ਨੂੰ ਵੇਖਦੇ ਹਾਂ, ਹਰਿਆਲੀ ਵੇਖਦੇ ਹਾਂ, ਸਾਡੀਆਂ ਅੱਖਾਂ ਨੂੰ ਵੀ ਠੰਡਕ ਪਹੁੰਚਦੀ ਹੈ। ਸੋ ਇਸ ਕਰਕੇ ਨਾ ਜ਼ਰੂਰ ਕੋਸ਼ਿਸ਼ ਕਰੋ ਵੀ ਵੱਧ ਤੋਂ ਵੱਧ ਰੁੱਖ ਲਾਓ, ਹਰਿਆਲੀ ਬਚਾਓ, ਕੁਦਰਤ ਬਚਾਓ। ਕੁਦਰਤ ਬਚੇਗੀ ਅਤੇ ਤੁਹਾਡਾ ਜੀਵਨ ਵੀ ਬਚੇਗਾ, ਹਵਾ ਪਾਣੀ ਬਚੇਗਾ। ਸੋ ਆਓ ਸਫ਼ਰ ਦਾ ਆਨੰਦ ਲਈਏ ਅਤੇ ਨਾਲੇ ਪਹੁੰਚੀਏ ਗੁਰਦੁਆਰਾ ਨਾਨਕਸਰ ਸਾਹਿਬ ਅਤੇ ਉਸ ਤੋਂ ਬਾਅਦ ਫਿਰ ਗੁਰਦੁਆਰਾ ਰਤਨਗੜ੍ਹ ਸਾਹਿਬ ਦੇ ਦਰਸ਼ਨ ਕਰਾਂਗੇ ਜੀ। ਹਾਂਜੀ, ਇਹ ਹੈ ਜੀ ਗੁਰਦੁਆਰਾ ਨਾਨਕਸਰ ਸਾਹਿਬ। ਇੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਦਾਸੀਆਂ ਸਮੇਂ ਚਰਨ ਪਾਏ ਅਤੇ ਇੱਥੇ ਇੱਕ ਢਾਬ ਦੇ ਕਿਨਾਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦੇ ਨਾਲ ਚੌਂਕੜਾ ਲਾ ਕਰਕੇ ਕਰਤਾਰ ਦੀ ਸਿਫਤ ਕੀਤੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਰਤਾਰ ਦੀ ਸਿਫਤ ਕਰਦਿਆਂ ਵੇਖ ਕਹਿੰਦੇ ਇੱਕ ਕੋਹੜੀ ਆਇਆ, ਰੋਗ ਲੱਗਾ ਹੋਇਆ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆ ਕਰਕੇ ਬੇਨਤੀ ਕੀਤੀ, ਮਹਾਰਾਜ ਮੇਰਾ ਦੁੱਖਾਂ ਤੋਂ, ਰੋਗ ਤੋਂ ਛੁਟਕਾਰਾ ਕਰ ਦਿਓ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਇੱਥੇ ਕਰਤਾਰ ਦੀ ਸਿਫਤ ਹੋਈ ਹੈ, ਆ ਢਾਬ ਦੇ ਵਿੱਚੋਂ ਜਲ ਦੇ ਨਾਲ ਇਸ਼ਨਾਨ ਕਰ ਲੈ। ਪਰਮਾਤਮਾ ਦਾ, ਖੁਦਾ ਦਾ ਨਾਮ ਤੇਰੇ ਦੁੱਖਾਂ ਦੀ ਬੰਦ ਖੁਲਾਸੀ ਕਰ ਦੇਵੇਗਾ। ਜਦੋਂ ਉਸੇ ਤਰ੍ਹਾਂ ਉਹਨੇ ਸਰੋਵਰ ਵਿੱਚ ਇਸ਼ਨਾਨ ਕੀਤਾ, ਸੰਗਤ ਜੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਸਰੋਵਰ ਵਿੱਚ ਇਸ਼ਨਾਨ ਕਰਕੇ ਉਹਦਾ ਕੋਹੜ ਠੀਕ ਹੋ ਗਿਆ। ਅੱਜ ਵੀ ਉਹ ਸਰੋਵਰ ਇੱਥੇ ਮੌਜੂਦ ਹੈ ਅਤੇ ਸਰੋਵਰ ਦੀ ਡੂੰਘਾਈ ਦਾ ਨਹੀਂ ਪਤਾ ਕਿ ਸਰੋਵਰ ਦੀ ਡੂੰਘਾਈ ਕਿਤਨੀ ਹੈ। ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਬੇਰੀ ਦੇ ਹੇਠਾਂ ਸਜੇ, ਉਸ ਬੇਰੀ ਸਾਹਿਬ ਦੇ ਵੀ ਦਰਸ਼ਨ ਆਪਾਂ ਇਸ ਸਥਾਨ 'ਤੇ ਕਰ ਸਕਦੇ ਹਾਂ। ਜਦੋਂ ਵੀ ਹਜ਼ੂਰ ਸਾਹਿਬ ਆਓ ਅਤੇ ਕੁਝ ਕੁ ਮੀਲਾਂ ਦੀ ਦੂਰੀ 'ਤੇ ਇਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਅਤੇ ਆਪ ਜੀ ਜ਼ਰੂਰ ਦਰਸ਼ਨ ਕਰਕੇ ਜਾਇਓ। ਇੱਥੋਂ ਦਾ ਜਲ ਲੈ ਕਰਕੇ ਜਾਇਓ, ਇਸ ਬੇਰੀ ਦੇ ਦਰਸ਼ਨ ਕਰਕੇ ਜਾਇਓ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ਾਂ ਦੇ ਪਾਤਰ ਬਣਿਓ। ਇਹ ਉਹੀ ਬੇਰੀ ਹੈ ਜਿੱਥੇ ਸਾਡੇ ਪਿਆਰੇ ਬਾਬਾ ਜੀ ਆ ਕਰਕੇ ਸ਼ੁਭਾਏਮਾਨ ਹੋਏ ਅਤੇ ਕਰਤਾਰ ਦੀ ਸਿਫਤ ਕੀਤੀ। ਸੰਗਤ ਜੀ, ਇਹ ਹੀ ਉਹ ਪਾਵਨ ਸਰੋਵਰ ਹੈ ਜਿਸ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਉਸ ਕੋਹੜੀ ਦਾ ਕੋਹੜ ਠੀਕ ਹੋ ਗਿਆ। ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਿਰਪਾ ਅੱਜ ਵੀ ਇਸ ਸਰੋਵਰ ਦੇ ਜਲ 'ਤੇ ਵਰਤਦੀ ਹੈ। ਭਾਵਨਾ ਨਾਲ ਜਲ ਦੇ ਵਿੱਚ ਇਸ਼ਨਾਨ ਕਰਕੇ ਜਾਂ ਜਲ ਘਰਾਂ ਵਿੱਚ ਲਿਜਾ ਕੇ ਵੇਖਿਓ ਅਤੇ ਆਪਣੇ ਆਪ ਹੀ ਅਨੁਭਵ ਕਰੋਗੇ ਕਿ ਕਿਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਰਹਿਮਤਾਂ ਦੇ ਮੀਂਹ ਵਰਸਾਉਂਦੇ ਨੇ। ਇਹ ਉਹ ਤਪ ਸਥਾਨ ਹੈ, ਇਹਦੇ ਅੰਦਰ ਉਹ ਥੜਾ ਸਾਹਿਬ ਹੈ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਕਰਕੇ ਸ਼ੁਭਾਏਮਾਨ ਹੋਏ। ਯਾਦਗਾਰ ਵਜੋਂ ਇਹ ਜਗ੍ਹਾ ਨਿਯੁਕਤ ਕਰਕੇ ਥੜਾ ਸਾਹਿਬ ਤਪ ਸਥਾਨ ਸੁਸ਼ੋਭਿਤ ਕਰ ਦਿੱਤਾ ਗਿਆ ਕਿ ਸੰਗਤਾਂ ਨੂੰ ਪਤਾ ਲੱਗ ਸਕੇ ਕਿ ਸਤਿਗੁਰੂ ਜੀ ਕਿੱਥੇ ਆ ਕੇ ਸ਼ੁਭਾਏਮਾਨ ਹੋਏ।
ਸੋ ਆਓ ਜੀ ਹੁਣ ਆਪਾਂ ਚੱਲੀਏ ਗੁਰਦੁਆਰਾ ਰਤਨਗੜ੍ਹ ਸਾਹਿਬ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਤੋਂ ਬਾਅਦ ਰਤਨਦਾਸ ਸਾਧੂ ਨੂੰ ਦਰਸ਼ਨ ਦਿੱਤੇ। ਲੈਂਟਰ ਹੀ ਪਾਇਆ ਕੱਲਾ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਦੇ ਅੰਦਰ ਆਪ ਸਭ ਸੰਗਤ ਸਜੇ ਹੋਏ ਹੋ। ਰਸਨਾ ਪਵਿੱਤਰ ਕਰੋ, ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸਭ ਸਮੁੱਚੀ ਸਾਧ ਸੰਗਤ ਚੋਜੀ ਪਿਆਰੇ ਸਤਿਗੁਰੂ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਰਤਨਗੜ੍ਹ ਸਾਹਿਬ ਵਿਖੇ ਦਰਸ਼ਨ ਕਰ ਰਹੇ ਹੋ। ਇਸ ਪਾਵਨ ਪਵਿੱਤਰ ਅਸਥਾਨ 'ਤੇ ਚੋਜੀ ਪਿਆਰੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਜ਼ਾਹਰ ਕਰ ਦਿੱਤਾ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕਦੇ ਵੀ ਆਪਣੇ ਖਾਲਸੇ ਤੋਂ ਵੱਖ ਨਹੀਂ ਹੁੰਦੇ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕੀਤੀ ਇਸ ਅਸਥਾਨ ਦੇ ਉੱਤੇ ਜੋਤੀ ਜੋਤ ਸਮਾਉਣ ਤੋਂ ਬਾਅਦ ਵੀ ਦਰਸ਼ਨ ਦੇ ਕਰਕੇ ਆਪਣੇ ਭਗਤ ਰਤਨਦਾਸ ਨੂੰ ਨਿਹਾਲ ਕੀਤਾ। ਇਸ ਅਸਥਾਨ 'ਤੇ ਇੱਕ ਵਿਰਕਤ ਸਾਧੂ ਰਤਨਦਾਸ, ਜਿਸ ਦਾ ਨਾਮ ਸੀ, ਉਹ ਤਪੱਸਿਆ ਕਰਿਆ ਕਰਦਾ। ਪਰਮਾਤਮਾ ਦੇ ਪ੍ਰੇਮ ਦੇ ਵਿੱਚ ਭਿੱਜ ਕਰਕੇ ਪਰਮਾਤਮਾ ਨੂੰ ਆਵਾਜ਼ ਲਗਾਉਣੀ, ਕਲਗੀਧਰ ਪਾਤਸ਼ਾਹ ਜੀ ਨੂੰ ਆਵਾਜ਼ ਲਗਾਉਣੀ ਦੀਦਾਰਿਆਂ ਵਾਸਤੇ। ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਜੀ ਪਾਤਸ਼ਾਹ ਨੰਦੇੜ ਦੀ ਧਰਤੀ 'ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦਾ ਤਿਲਕ ਲਗਾ ਕਰਕੇ ਜੋਤੀ ਜੋਤ ਸਮਾ ਗਏ। ਪਰ ਰਤਨਦਾਸ ਉਸੇ ਤਰ੍ਹਾਂ ਤਪੱਸਿਆ ਕਰਦਾ ਰਿਹਾ। ਇੱਧਰ ਰਤਨਦਾਸ ਤਪੱਸਿਆ ਕਰ ਰਿਹਾ ਨੰਦੇੜ ਦੀ ਧਰਤੀ 'ਤੇ ਸਤਿਗੁਰੂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸੰਗਤਾਂ ਵੈਰਾਗ ਦੇ ਵਿੱਚ ਸਤਿਗੁਰੂ ਨੂੰ ਯਾਦ ਕਰਦੀਆਂ। ਪਰ ਕਲਗੀਧਰ ਪਾਤਸ਼ਾਹ ਜੀ ਨੇ ਰਤਨਦਾਸ ਨੂੰ ਦਰਸ਼ਨ ਦਿੱਤੇ। ਦਰਸ਼ਨ ਦੇ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ, ਰਤਨਦਾਸ ਨੰਦੇੜ ਦੀ ਧਰਤੀ 'ਤੇ ਜਾਓ। ਨੰਦੇੜ ਦੀ ਧਰਤੀ 'ਤੇ ਸਾਡੀਆਂ ਸੰਗਤਾਂ ਸਾਡੇ ਵੈਰਾਗ ਦੇ ਵਿੱਚ ਸਾਨੂੰ ਯਾਦ ਕਰਦੀਆਂ। ਉਹਨਾਂ ਨੂੰ ਜਾ ਕਰਕੇ ਦੱਸੋ ਕਿ ਗੁਰੂ ਗੋਬਿੰਦ ਸਿੰਘ ਕਿਤੇ ਨਹੀਂ ਗਏ। ਜਿਹੜਾ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਵਾਜ਼ ਲਾਵੇਗਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਸਿੱਖ ਨੂੰ ਦਰਸ਼ਨ ਜ਼ਰੂਰ ਦੇਣਗੇ। ਸੋ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਅੱਜ ਵੀ ਵਰਤਦੀ ਹੈ। ਜਿਹੜਾ ਵੀ ਮਹਾਰਾਜ ਨੂੰ ਯਾਦ ਕਰਦਾ, ਸਤਿਗੁਰੂ ਖੁਦ ਚੱਲ ਕੇ ਉਸ ਸਿੱਖ ਦੀ ਭਾਵਨਾ ਨੂੰ ਭਾਗ ਲਾਉਂਦੇ ਨੇ। ਇਸੇ ਕਰਕੇ ਮਹਾਂਪੁਰਸ਼ਾਂ ਦੇ ਬਚਨ ਨੇ ਕਿ ਸਿੱਖਾ, ਤੂੰ ਜਦੋਂ ਨਿਤਨੇਮ ਕਰਦਾ ਇਹ ਨਾ ਸਮਝੀ ਕਿ ਤੂੰ ਇਕੱਲਾ ਹੈ, ਬਲਕਿ ਤੂੰ ਜਦੋਂ ਨਿਤਨੇਮ ਦੀ ਪੋਥੀ ਸਾਹਿਬ ਪਕੜਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਸੇ ਸਮੇਂ ਹਾਜ਼ਰ ਹੋ ਜਾਂਦੇ ਨੇ। ਸੋ ਸੰਗਤ ਜੀ, ਇਸ ਸਥਾਨ ਦੀ ਸੇਵਾ ਅੱਜ ਵੀ ਸੰਤ ਬਾਬਾ ਬਲਵਿੰਦਰ ਸਿੰਘ ਜੀ, ਬਾਬਾ ਨਰਿੰਦਰ ਸਿੰਘ ਜੀ ਮਹਾਂਪੁਰਸ਼ਾਂ ਵੱਲੋਂ ਕਰਵਾਈ ਜਾ ਰਹੀ ਹੈ। ਸੋ ਇਸ ਸਥਾਨ 'ਤੇ ਦਰਸ਼ਨ ਕਰਕੇ ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੋ ਜੀ, ਅਤੇ ਕਲਗੀਧਰ ਪਾਤਸ਼ਾਹ ਜੀ ਅੱਗੇ ਅਰਦਾਸ ਕਰੀਏ ਕਿ ਮਹਾਰਾਜ ਕਿਰਪਾ ਕਰੋ, ਸਾਡੀ ਵੀ ਝੋਲੀ ਦੇ ਵਿੱਚ ਬੰਦਗੀ ਦੀ ਦਾਤ ਪਾਓ ਅਤੇ ਸਾਨੂੰ ਵੀ ਕਿਤੇ ਕਿਨਕਾ ਮਾਤਰ ਆਪਣੇ ਦਰਸ਼ਨਾਂ ਦੀ ਝਲਕ ਦੇ ਦਿਓ। ਸਗਲ ਭਵਨ ਕੇ ਨਾਇਕਾ, ਇੱਕ ਛਿਨ ਦਰਸ ਦਿਖਾਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇਹ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਤਿਆਰ ਕੀਤੀ ਜਾ ਰਹੀ ਹੈ। ਇਸ ਇਮਾਰਤ ਦੇ ਵਿੱਚ ਇੱਕ ਬੜੀ ਖਾਸੀਅਤ ਹੈ ਕਿ ਇਸ ਇਮਾਰਤ ਦੇ ਵਿੱਚ ਇੱਕ ਵੀ ਇੱਟ ਨਹੀਂ ਲਗਾਈ ਗਈ। ਸਾਰੀ ਹੀ ਲੈਂਟਰ ਦੇ ਨਾਲ ਹੀ ਇਹ ਤਿਆਰ ਕੀਤੀ ਜਾ ਰਹੀ ਹੈ, ਪੱਥਰ ਦੇ ਨਾਲ। ਅਤੇ ਪੱਥਰ ਦੇ ਉੱਤੇ ਬੜੀ ਮੀਨਾਕਾਰੀ ਵੀ ਕੀਤੀ ਗਈ ਹੈ, ਉਹ ਵੀ ਮੈਂ ਆਪ ਜੀ ਨੂੰ ਇਸ ਵੀਡੀਓ ਦੇ ਵਿੱਚ ਵਿਖਾਵਾਂਗਾ। ਬੜੇ ਹੀ ਨਵੇਕਲੇ ਢੰਗ ਦੇ ਨਾਲ ਗੁਰਦੁਆਰਾ ਸਾਹਿਬ ਦੀ ਇਸ ਇਮਾਰਤ ਨੂੰ ਹੋਂਦ ਵਿੱਚ ਲਿਆਂਦਾ ਜਾ ਰਿਹਾ ਹੈ। ਅਤੇ ਇਹ ਲੰਗਰ ਘਰ ਹੈ ਗੁਰਦੁਆਰਾ ਸਾਹਿਬ ਦਾ,
ਜਿੱਥੇ 24 ਘੰਟੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਲੰਗਰ ਅਤੁੱਟ ਵਰਤਦਾ ਹੈ ਜੀ। ਤੇ ਆਓ ਆਪਾਂ ਹੁਣ ਚੱਲੀਏ ਤੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਜੋ ਬਣ ਰਹੀ ਹੈ ਉਹਦੇ ਵੀ ਦਰਸ਼ਨ ਕਰੀਏ। ਵੇਖੋ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਕਿੱਡਾ ਸੋਹਣਾ ਮੀਨਾਕਾਰੀ ਵਾਲਾ ਪੱਥਰ ਲਾਇਆ ਜਾ ਰਿਹਾ ਹੈ। ਇਹ ਨਵੀਂ ਇਮਾਰਤ ਬਣਾਈ ਜਾ ਰਹੀ ਹੈ ਬੜੇ ਨਵੇਕਲੇ ਢੰਗ ਦੇ ਨਾਲ। ਬੜਾ ਸੁੰਦਰ ਦਰਬਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਅਸਥਾਨ ਵਾਸਤੇ ਤਿਆਰ ਕੀਤਾ ਜਾ ਰਿਹਾ ਜੀ। ਸੋ ਮਹਾਰਾਜ ਦੀ ਕਿਰਪਾ ਸੇਵਾ ਨਿਰੰਤਰ ਜਾਰੀ ਹੈ। ਆਹ ਦੇਖੋ ਲਾਲ ਪੱਥਰ ਦੇ ਉੱਤੇ ਕਿੱਡੀ ਸੋਹਣੀ ਕਢਾਈ ਕਰਕੇ ਸਤਿਗੁਰਾਂ ਦਾ ਦਰਬਾਰ ਤਿਆਰ ਕੀਤਾ ਜਾ ਰਿਹਾ। ਸੋ ਬੜੀ ਮਿਹਨਤ ਲੱਗਦੀ ਹੈ ਇਸ ਚੀਜ਼ ਉੱਤੇ ਵੀ। ਸੋ ਬਹੁਤ ਵਧੀਆ ਕਾਰਜ, ਬਹੁਤ ਵਧੀਆ ਸੇਵਾ ਚੱਲ ਰਹੀ ਹੈ ਮਹਾਰਾਜ ਦੀ ਕਿਰਪਾ ਨਾਲ। ਜਦੋਂ ਵੀ ਹਜ਼ੂਰ ਸਾਹਿਬ ਆਓ ਦਰਸ਼ਨ ਜ਼ਰੂਰ ਕਰਕੇ ਜਾਇਓ ਤੇ ਮਹਾਰਾਜ ਦੀਆਂ ਖੁਸ਼ੀਆਂ ਲਿਓ। ਬਾਬੇ ਨਾਨਕ ਦੇ ਘਰ ਵਿੱਚ ਕਮੀ ਕਿਸੇ ਗੱਲ ਦੀ ਨਹੀਂ। ਸੰਗਤਾਂ ਦੀ ਸਹੂਲਤਾਂ ਵਾਸਤੇ ਜਿੱਥੇ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਜਾਂਦਾ ਉੱਥੇ ਦੁੱਧ ਦੀ ਵੀ ਕਮੀ ਨਾ ਆਵੇ। ਤੇ ਇੱਥੇ ਵੇਖੋ ਮੱਝਾਂ ਗਾਵਾਂ ਵੀ ਆਪ ਦੀਆਂ ਹੀ ਗੁਰੂ ਘਰ ਦੇ ਵਿੱਚ ਰੱਖੀਆਂ, ਕਿਉਂਕਿ ਬਾਹਰੋਂ ਤੁਹਾਨੂੰ ਵੀ ਪਤਾ ਦੁੱਧ ਮਿਲਾਵਟ ਵਾਲਾ ਵੀ ਮਿਲਦਾ। ਪਰ ਸਤਿਗੁਰ ਦੀ ਕਿਰਪਾ ਕਿ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਜੋ ਮੰਗੋ ਉਹੀ ਮਿਲਦਾ। ਸੋ ਮਹਾਰਾਜ ਦੀ ਕਿਰਪਾ ਮੈਂ ਕਿ ਆਪ ਜੀ ਨੂੰ ਇਹ ਵੀ ਵਿਖਾ ਦਈਏ ਕਿ ਗੁਰੂ ਘਰ ਦੇ ਵਿੱਚ ਮਹਾਂਪੁਰਸ਼ਾਂ ਨੇ ਹਰ ਇੱਕ ਤਰ੍ਹਾਂ ਦੀ ਸਹੂਲਤ ਰੱਖੀ ਹੋਈ ਹੈ। ਸੋ ਸੰਗਤ ਜੀ, ਅੱਜ ਦੇ ਵਲੋਗ ਦੇ ਵਿੱਚ ਆਪਾਂ ਗੁਰਦੁਆਰਾ ਨਾਨਕਸਰ ਤੇ ਗੁਰਦੁਆਰਾ ਰਤਨਗੜ੍ਹ ਸਾਹਿਬ ਦੇ ਦਰਸ਼ਨ ਕੀਤੇ ਤੇ ਅਗਲੇ ਵਲੋਗ ਦੇ ਵਿੱਚ ਹੁਣ ਹਜ਼ੂਰ ਸਾਹਿਬ ਤੋਂ ਵਾਪਸੀ ਦੇ ਵੀਡੀਓ ਰਾਹੀਂ ਦਰਸ਼ਨ ਕਰਾਵਾਂਗੇ। ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੂੰ ਵੀਡੀਓ ਪਸੰਦ ਆਈ ਹੋਵੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਅਗਾਂਹ ਵੀ ਸ਼ੇਅਰ ਕਰ ਦਿਓ ਜੀ। ਇਸੇ ਤਰ੍ਹਾਂ ਜੁੜੇ ਰਹੋ, ਅਗਾਂਹ ਵੀ ਆਪ ਜੀ ਨੂੰ ਦਰਸ਼ਨ ਕਰਾਉਂਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।